गुरु प्यारी साध संगत जी, गज बज के फतेह बुलाओ, आखो वाहेगुरु जी का खालसा, वाहेगुरु जी की फतेह। आप जी सारी संगत का बहुत बहुत धन्यवाद। नाल बच्चियां ते वड्डियां दा भी बहुत बहुत धन्यवाद जिन्हां ने हजे तक प्रोग्राम संभालिया। रहराज साहिब जी का पाठ, आरती ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਹੈ ਜੀ। ਅਸੀਂ ਸਾਰੇ ਬੱਚਿਆਂ ਨੇ ਕਵਿਤਾਵਾਂ ਤੇ ਸ਼ਬਦ ਤਿਆਰ ਕੀਤੇ ਹਨ। ਧੰਨਵਾਦ ਹੈ ਸਾਰੀ ਸੰਗਤ ਦਾ ਜਿਨ੍ਹਾਂ ਕਰਕੇ ਬੱਚਿਆਂ ਨੂੰ ਹਿੰਮਤ ਤੇ ਆਤਮ ਵਿਸ਼ਵਾਸ ਮਿਲਿਆ ਹੈ। आओ जी शुरुआत करते हैं आज के इस पवित्र समागम की। छोटी बच्ची जसमीत कौर कोलो गुरु गोबिंद सिंह जी के कविता सरवण करो जी। गुरु मंत्र बहुत महत्ता रखता है। गुरु मंत्र सानू रब नाल जोड़ता है ते अंदरों साडी आत्मा नू शांति देता है। गुरु मंत्र ते मूल मंत्र बारे विशेष जानकारी सांझी करन जा रही है इनाया बजाज। वाहेगुरु जी का खालसा, वाहेगुरु जी का खालसा, वाहेगुरु जी की फतेह। अमृत संचार वेले पंज प्यारे साहिबान वालों जो गुरु मंत्र ग्रहण कराया जाता है वो है वाहिगुरु। वाहिगुरु दास जी दिया वायरा विच जिक्र आता है। वाहिगुरु गुरु मंत्र है जो मुंह में खोई सानू हर रोज वाहिगुरु 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 का जाप करना चाहिए है। मूल मंत्र श्री गुरु नानक देव जी ने सब तो पहला सुल्तानपुर लोधी विखे मूल मंत्र का उच्चारण किया ते श्री गुरु ग्रंथ साहिब जी विच भी मूल मंत्र सब तो पहला पंचम पातशाही श्री गुरु अर्जन देव जी ने मूल मंत्र वाहिगुरु दास जी कोलो दर्ज कराया सी ते श्री गुरु ग्रंथ साहिब जी विच संपूर्ण रूप विच भी मूल मंत्र 33 बार दर्ज है। वाहेगुरु जी का खालसा, वाहेगुरु जी की फतेह। एक ओंकार पहली पातशाही गुरु नानक
ਛੋਟੇ ਬੱਚੇ ਆਪਣੀਆਂ ਮਿੱਠੀਆਂ ਬੋਲੀਆਂ ਰਾਹੀਂ ਮੂਲ ਮੰਤਰ ਦਾ ਪਾਠ ਕਰਨਗੇ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਨਾਲ ਜੋੜਨਗੇ। ਆਓ ਜੀ ਅਸੀਂ ਸਾਰੇ ਮੂਲ ਮੰਤਰ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। आओ ਹੁਣ हितांशु दुआ बोलो अर्थ समझिए। ਫੜ ਲਾ ਤੇ ਫੜ ਲਾ ਅੱਜ ਫੜ ਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਮੂਲ ਮੰਤਰ ਦੇ ਅਰਥ ਸਮਝਾ ਰਹੇ ਹਾਂ। ਏਕ ਓੰਕਾਰ ਦਾ ਅਰਥ ਹੈ ਕਿ ਅਕਾਲ ਪੁਰਖ ਇੱਕ ਹੈ ਅਤੇ ਉਸ ਜਿਹਾ ਹੋਰ ਕੋਈ ਨਹੀਂ। ਏਕ ਓੰਕਾਰ ਦਾ ਉਸ ਜਿਹਾ ਹੋਰ ਕੋਈ ਹੋਰ ਨਹੀਂ। ਉਹ ਸਭ ਵਿੱਚ ਇੱਕ ਰਸ ਵਿਆਪਕ ਹੈ। ਸਤਨਾਮ ਦਾ ਅਰਥ ਹੈ ਕਿ ਉਸ ਦਾ ਨਾਮ ਸਦਾ ਲਈ ਅਟਲ ਹੈ। ਕਰਤਾ ਪੁਰਖ ਦਾ ਅਰਥ ਹੈ ਕਿ ਉਹ ਸਭ ਕੁਝ ਬਣਾ ਕੇ ਉਸ ਦੇ ਵਿੱਚ ਹੀ ਬਸ ਰਿਹਾ ਹੈ। ਨਿਰਭਉ ਦਾ ਅਰਥ ਹੈ ਕਿ ਉਸ ਨੂੰ ਕਿਸ ਦਾ ਡਰ ਨਹੀਂ ਹੈ। ਨਿਰਵੈਰ ਉਹ ਵੈਰਾ ਤੋਂ ਰਹਿਤ ਹੈ, ਇਸ ਲਈ ਉਸ ਦਾ ਕੋਈ ਵੈਰ ਕਰਨਾ ਨਹੀਂ ਹੈ। ਅਕਾਲ ਮੂਰਤ ਦਾ ਅਰਥ ਹੈ ਕਿ ਉਸ ਨੂੰ ਕभी ਬੁਢਾਪਾ ਜਵਾਨੀ ਉਸ ਨੂੰ ਮੌਤ ਨਹੀਂ ਆਉਂਦੀ। ਅਜੂਨੀ ਸੈਭੰ ਉਹ ਅਜੂਨਾ ਤੋਂ ਰਹਿਤ ਹੈ। उसका कोई प्यो नहीं है और कोई मां नहीं है। गुर प्रसाद गुरु ही कोलों सानू ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ सैभं का अर्थ ये है कि उसका कोई आकार नहीं है, उसका प्रकाश खुद ही होया है। गुर प्रसाद का अर्थ है कि अजेहा गुरु वाहिगुरू का खालसा। दसम पिता संगत जी
ਬੱਚੇ ਸ਼ਾਇਦ ਪਹਿਲੀ ਵਾਰ ਸਟੇਜ ਤੇ ਬੋਲ ਰਹੇ ਹੋਣਗੇ, ਨਰਵਸ ਹੋ ਜਾਂਦੇ ਨੇ, ਥੋੜਾ ਘਬਰਾ ਜਾਂਦੇ ਨੇ। ਮੂਲ ਮੰਤਰ ਦੇ ਅਰਥ ਕਲੀਅਰ ਕਰ ਦਵਾਂ। ਇੱਕ ਓਮਕਾਰ ਤੋਂ ਭਾਵ ਹੈ ਅਕਾਲ ਪੁਰਖ ਪਰਮਾਤਮਾ ਇੱਕ ਹੈ। ਭਾਵੇਂ ਅਸੀਂ ਉਹਨੂੰ ਜਿਹੜੇ ਮਰਜ਼ੀ ਨਾਮ ਤੋਂ ਜਾਣੀਏ, ਪਰਮਾਤਮਾ ਇੱਕ ਹੈ ਔਰ ਉਹ ਸਾਰਿਆਂ ਦੇ ਵਿੱਚ ਇੱਕ ਰਸ ਮਤਲਬ ਇਕੁਅਲੀ ਵਸ ਰਿਹਾ ਹੈ। ਸਤਨਾਮ ਅਕਾਲ ਪੁਰਖ ਦਾ ਨਾਮ ਹਮੇਸ਼ਾ ਵਾਸਤੇ ਅਟਲ ਹੈ, ਸਦਾ ਸੱਚ ਹੈ। ਕਰਤਾ ਪੁਰਖ, ਜੋ ਕੁਝ ਵੀ ਅਸੀਂ ਦੇਖ ਰਹੇ ਹਾਂ ਇਹ ਸਾਰਾ ਪਰਮਾਤਮਾ ਨੇ ਬਣਾਇਆ ਹੈ ਔਰ ਅਸੀਂ ਜੇ ਕੁਝ ਬਣਾਵਾਂਗੇ ਤੇ ਅਸੀਂ ਉਹਦੇ ਵਿੱਚ ਵਸ ਨਹੀਂ ਸਕਦੇ। ਪਰਮਾਤਮਾ ਐਸੀ ਕਲਾ ਵਰਤਾਂਦਾ ਹੈ ਕਿ ਉਹ ਜੋ ਕੁਝ ਵੀ ਬਣਾ ਰਿਹਾ ਉਹਦੇ ਵਿੱਚ ਆਪ ਵਸ ਵੀ ਰਿਹਾ ਹੈ। ਨਿਰਭਉ, ਉਸ ਨੂੰ ਕਿਸੇ ਦਾ ਡਰ ਨਹੀਂ, ਉਹ ਡਰ ਭਾਵਨਾ ਤੋਂ ਰਹਿਤ ਹੈ। ਨਿਰਵੈਰ, ਉਹ ਵੈਰ ਭਾਵਨਾ ਤੋਂ ਰਹਿਤ ਹੈ। ਉਸ ਦਾ ਕੋਈ ਦੁਸ਼ਮਣ ਨਹੀਂ, ਉਹਨੂੰ ਕੋਈ ਦੁਸ਼ਮਣੀ ਨਹੀਂ ਭਾਉਂਦੀ, ਉਹਨੂੰ ਨਹੀਂ ਪਤਾ ਦੁਸ਼ਮਣੀ ਹੁੰਦੀ ਕੀ ਹੈ। ਅਕਾਲ ਪੁਰਖ, ਜਿਸ ਤਰ੍ਹਾਂ ਹਿਤਾਂਸ਼ੂ ਨੇ ਦੱਸਿਆ, ਉਹ ਕਾਲ ਤੋਂ ਪਰੇ ਹੈ। ਬਚਪਨ, ਜਵਾਨੀ, ਬੁਢਾਪਾ ਜਾਂ ਮੌਤ ਅਕਾਲ ਪੁਰਖ ਤੇ ਨਹੀਂ ਆਉਂਦੀ। ਅਜੂਨੀ, ਉਹ ਜੂਨਾਂ ਵਿੱਚ ਵੀ ਨਹੀਂ ਆਉਂਦਾ। ਅਸੀਂ 84 ਲੱਖ ਜੂਨਾਂ ਦੀ ਗੱਲ ਕਰਦੇ ਹਾਂ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਉਹਦੇ ਮਾਪਿਓ ਹੈ ਹੀ ਨਹੀਂ। ਸਹਿ ਭੰਗ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ, ਉਸ ਨੂੰ ਕਿਸੇ ਨੇ ਨਹੀਂ ਬਣਾਇਆ। ਗੁਰ ਪ੍ਰਸਾਦ, ਐਸਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਸ ਨੂੰ ਅਸੀਂ ਹਰ ਪਲ, ਹਰ ਵੇਲੇ, ਹਰ ਸਮੇਂ ਲੋਚਦੇ ਹਾਂ ਕਿ ਸਾਨੂੰ ਮਿਲੇ, ਸਾਨੂੰ ਮਿਲੇ। ਗੁਰੂ ਦੀ ਕਿਰਪਾ ਨਾਲ ਹੀ ਮਿਲਦਾ, ਕਿਸੇ ਦੇ ਜ਼ੋਰ ਲਾਇਆ ਨਹੀਂ ਮਿਲਦਾ। ਗੁਰੂ ਦੀ ਕਿਰਪਾ ਨਾਲ ਮਿਲਦਾ। ਅਸੀਂ ਆਪਣੇ ਕੰਮ ਕਰਨੇ ਨੇ, ਕਰਮ ਚੰਗੇ ਰੱਖਣੇ ਨੇ, ਬਾਕੀ ਗੁਰੂ ਦੀ ਕਿਰਪਾ। ਫਲ ਦੇਣਾ ਨਾ ਦੇਣਾ ਗੁਰੂ ਨੂੰ ਪਤਾ। ਆਓ ਹੁਣ ਅੱਗੇ ਪ੍ਰੋਗਰਾਮ ਨੂੰ ਜਾਰੀ ਰੱਖੀਏ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਅੰਮ੍ਰਿਤੀ ਦਾਤ ਬਖਸ਼ ਕੇ ਸਿੱਖਾਂ ਨੂੰ ਇੱਕ ਨਿਆਰਾ ਸਰੂਪ ਦਿੱਤਾ। ਜਦੋਂ ਇਹ ਨਿਆਰੇ ਸਰੂਪ ਵਾਲੇ ਸਿੱਖ ਹੋਰ ਦੇਸ਼ਾਂ ਵਿੱਚ ਜਾਂਦੇ ਹਨ ਤਾਂ ਲੋਕ ਪੁੱਛਦੇ ਹਨ, ਇਹ ਕੌਣ ਹਨ? ਗੁਰਨੂਰ ਸਿੰਘ, ਜਗਮੀਤ ਕੌਰ, ਹਰਸਿਦਕ ਸਿੰਘ ਤੇ ਮਨਕੀਰਤ ਸਿੰਘ ਕੋਲੋਂ ਕਵਿਤਾ ਸਰਵਣ ਕਰੋ ਜੀ। ਅਸੀਂ ਕੌਣ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੌਣ? ਸਿੰਘ ਹਮਾਰਾ ਨਾਮ, ਅਨੰਦਪੁਰ ਸਾਡਾ ਗਾँव। ਅਸੀਂ ਕੌਣ? ਸਿੰਘ ਹਮਾਰਾ ਨਾਮ, ਅਨੰਦਪੁਰ ਸਾਡਾ ਗਾँव। ਕੱਚ ਕੜਾ ਕੰਗਾ ਕੇਸ, ਖਾਲਸੇ ਦਾ ਵੇਸ। ਐ ਮੇਰੀ ਕਿਰਪਾਨ, ਖਾਲਸੇ ਦੀ ਆਨ। ਗੁਰੂ ਮੇਰਾ ਗ੍ਰੰਥ, ਜੈ ਜੈ ਖਾਲਸਾ ਪੰਥ। ਦੇਖ ਦੇਖ ਫਤਿਹ, ਦੇਖ ਦੇਖ ਫਤਿਹ। ਸਰਬਤ ਦਾ ਭਲਾ ਗਾਵਾਂ ਇਹੋ ਗੀਤ, ਬੋਲੇ ਇਹੀ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਇਹੀ ਸੋ ਨਿਹਾਲ। ਸਤਿ ਸ੍ਰੀ ਅਕਾਲ। ਅਸੀਂ ਖੰਡੇ ਵਿੱਚ ਜੰਮੇ ਤੇ ਗੁਰੂ ਦਾ ਅੰਮ੍ਰਿਤ ਪੀਤਾ ਤੇ ਸਾਡੇ ਸਿਰਜਣਹਾਰੇ ਸਰਬੱਤ ਦਾ ਅੰਸੀ ਕੀਤਾ। ਇਸ ਜਗਤ ਜਲਤ ਦੇ ਖਾਤਰ ਅਸੀਂ ਕਿਹੜਾ ਕੰਮ ਨਹੀਂ ਕੀਤਾ। ਅਸੀਂ ਬੰਦ ਗਏ ਕੱਟੇ ਤੇ ਹੋ ਗਏ ਫੀਤਾ ਫੀਤਾ। ਸਾਡੇ ਸਿਰ ਤੇ ਚੱਲੇ ਆਰੇ, ਸਾਨੂੰ ਕੀਮਾ ਕੀਤਾ। ਅਸੀਂ ਵਿਛੜੇ ਸੀ ਮੇਲੇ, ਅਸਾਂ ਹਰ ਇੱਕ ਪਾਟਾ ਸੀਤਾ। ਅਸੀਂ ਕਿਰਤੀ ਵੰਡ ਕੇ ਛੱਕੀ ਤੇ ਜਪਦੇ ਸੱਚਾ ਨਾਮ। ਅਸੀਂ ਕੌਣ? ਸਿੰਘ ਹਮਾਰਾ ਨਾਮ, ਅਨੰਦਪੁਰ ਸਾਡਾ ਗਾँव। ਇਹ ਤੱਕ ਸੱਚੇ ਕੀ ਕੋਠਰੀ, ਸੱਚੇ ਕਾ ਵਿਸ਼ਵਾਸ। ਸਾਨੂੰ ਪੁੱਟ ਹੈ ਚੜ੍ਹਦੀ ਕਲਾ ਦੀ ਤੇ ਹੁੰਦੇ ਨਹੀਂ ਨਿਰਾਸ਼। ਅਸੀਂ ਸੰਤ ਸਿਪਾਹੀ ਗੁਰੂ ਦੇ, ਸਾਡੇ ਹਿਰਦੇ ਵਿੱਚ ਫਲਾਸ। ਵਿੱਚ ਸੰਗਤ ਬਾਣੀ ਗਾਉਂਦੇ, ਸਾਡੇ ਅੰਦਰ ਰੱਬ ਦਾ ਵਾਸ। ਅਸੀਂ ਡਰਦੇ ਨਾ ਡਰਾਉਂਦੇ, ਅਸੀਂ ਨਿਰਭਉ ਤੇ ਨਿਰਵੈਰ। ਸ਼ੇਰ ਦਾ ਅੱਖਰ ਸ਼ੇਰ ਹੈ, ਸਹਿੰਦਾ ਨਹੀਂ ਕਿਸੇ ਦੀ ਮਿਆਊ। ਅਸੀਂ ਕੌਣ? ਸਿੰਘ ਹਮਾਰਾ ਨਾਮ, ਅਨੰਦਪੁਰ ਸਾਡਾ ਗਾँव। ਵਿੱਚ ਕਾਸ਼ੀ ਝੂਲਦਾ, ਸਾਡਾ ਕੇਸਰੀ ਪਿਆ ਬੁਲਾਏ। ਇੱਥੇ ਗੁਰੂ ਦਾ ਲੰਗਰ ਪੱਕਦਾ, ਕੋਈ ਭੁੱਖਾ ਨਾ ਸੋ ਜਾਏ। ਅਸੀਂ ਹੱਕ ਬਚਾਏ ਲੋਕਾਂ ਦੇ, ਸਾਡੇ ਗੁਰੂ ਇਹੋ ਫਰਮਾਏ। ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਏ। ਅਸੀਂ ਲੜਦੇ ਕੇਵਲ ਜ਼ੁਲਮ ਨਾਲ, ਮਜ਼ਲੂਮਾਂ ਨੂੰ ਦਿੰਦੇ ਨਿਆਏ।
ਮਾਰਿਆ ਦੁਸ਼ਮਣਾਂ ਨੂੰ ਖਾਂ ਤਨ ਗੁਰੂ ਤੇ ਗੁਰੂ ਦਾ ਖਾਲਸਾ ਜੀ ਦੀ ਠੰਡੀ ਮਿੱਠੀ ਛਾਂ ਅਸੀਂ ਕੌਣ ਸਿੰਘ ਹਮਾਰਾ ਨਾਮ ਅਨੰਦਪੁਰ ਸਾਡਾ ਗਾਉਂ ਅਸੀਂ ਕੌਣ ਸਿੰਘ ਹਮਾਰਾ ਨਾਮ ਅਨੰਦਪੁਰ ਸਾਡਾ ਗਾਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੌਣ ਹਾਂ? ਹੁਣ ਦਿਲ ਵਿੱਚ ਇੱਕ ਸਵਾਲ ਆਉਂਦਾ ਹੈ। ਕੀ ਸਵਾਲ ਆਉਂਦਾ ਹੈ? ਇੱਕ ਸਿੱਖ ਦੀ ਪਰਿਭਾਸ਼ਾ ਕੀ ਹੈ? ਆਪਣੇ ਥੋੜੇ ਜਿਹੇ ਸ਼ਬਦਾਂ ਵਿੱਚ ਅਸੀਂ ਸਿੱਖ ਨੂੰ ਕਿਵੇਂ ਡਿਫਾਈਨ ਕਰ ਸਕਦੇ ਹਾਂ? ਮੇਰੇ ਛੋਟੇ ਵੀਰ ਸਾਹਿਬ ਸਿੰਘ ਤੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਸਭ ਨੂੰ ਸਿੱਖ ਦੀ ਪਰਿਭਾਸ਼ਾ ਦੱਸਣ ਜਾ ਰਿਹਾ ਹਾਂ। ਜੋ ਇਸਤਰੀਜਾ ਪੁਰਸ਼ ਅਕਾਲ ਪੁਰਖ ਨੂੰ ਮੰਨਦਾ ਹੈ, 10 ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਚੱਲਦਾ ਹੋਵੇ, ਦਸਮੇਸ਼ ਪਿਤਾ ਜੀ ਦੀ ਖੰਡੇ ਬਾਟੀ ਦੀ ਪੌਲ ਉੱਤੇ ਨਿਸ਼ਚਲ ਹੋਵੇ ਅਤੇ ਕਿਸੇ ਹੋਰ ਧਰਮ ਨੂੰ ਨਾ ਮੰਨੇ, ਉਹ ਸਿੱਖ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਪ੍ਰਭਜੋਤ ਸਿੰਘ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਿਵੇਂ ਇੱਕ ਸਿੱਖ ਦਾ ਰੁਟੀਨ ਹੋਣਾ ਚਾਹੀਦਾ ਹੈ ਸ਼ਬਦ ਦੇ ਰੂਪ ਵਿੱਚ ਸਰਵਣ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿੱਖ ਦੀ ਪਰਿਭਾਸ਼ਾ ਕੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਗਾਏ ਸੋ ਪਲ ਕੇ ਉਧਰ ਨਾਮ ਤੇ ਆਵੇ ਉਤਮ ਕਰੇ ਪਲ ਕੇ ਪ੍ਰਭਾਤੀ ਇਸ਼ਨਾਨ ਕਰੇ ਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ ਬੈਂਦੀਆਂ ਉਤਰਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਜੋ ਸੋ ਗੁਰ ਸਿੱਖ ਗੁਰੂ ਮਨ ਭਾਵੈ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਪਲ ਕੇ ਉਤਹਰ ਨਾਮ ਤੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨੇ ਸੋਹਣੇ ਢੰਗ ਨਾਲ ਪ੍ਰਭਜੋਤ ਸਿੰਘ ਨੇ ਸਾਨੂੰ ਸ਼ਬਦ ਸੁਣਾਇਆ। ਕਈ ਵਾਰੀ ਅਸੀਂ ਦੁਨੀਆ ਦੀਆਂ ਗੱਲਾਂ ਤਾਂ ਸਮਝ ਲੈਂਦੇ ਹਾਂ, ਪਰ ਅਸਲ ਜੀਵਨ ਦੀ ਸੱਚਾਈ ਨੂੰ ਭੁੱਲ ਜਾਂਦੇ ਹਾਂ। ਇਸੇ ਅੰਦਰੂਨੀ ਜਾਗਰੂਕਤਾ ਵੱਲ ਸਾਨੂੰ ਲੈ ਜਾਂਦਾ ਹੈ ਭਗਤ ਕਬੀਰ ਜੀ ਦਾ ਸ਼ਬਦ, ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ। ਇਸ ਗੂੜੇ ਅਰਥ ਨੂੰ ਅੱਜ ਆਪਣੇ ਵਿਚਾਰਾਂ ਰਾਹੀਂ ਸਾਂਝ ਕਰਕੇ ਆਯਾਨ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਭਗਤ ਕਬੀਰ ਜੀ ਕੇ कबीर मन जाने सब बात जानत ही अवगुण करे काहे की उस रात हाथ दीप हुए पर भगत कबीर जी फरमाते हैं कि एक मनुष्य ਦਾ ਮਨ ਸਵੇਰੇ ਸ਼ਾਮ ਧਰਮ ਦੇ ਉਪਦੇਸ਼ ਸੁਣਦਾ
ਚੰਗਾ ਅਤੇ ਸੂਝਵਾਨ ਹੋ ਜਾਂਦਾ ਹੈ, ਪਰ ਸਭ ਕੁਝ ਜਾਣਿਆ ਹੋਇਆ ਵੀ ਗਲਤੀਆਂ ਤੇ ਬੁਰੇ ਕੰਮ ਵੀ ਕਰਦਾ ਹਨ। ਉਹ ਗਿਆਨ ਦਾ ਦੀਵਾ ਹੱਥ ਵਿੱਚ ਲੈ ਕੇ ਖੂਹ ਵਿੱਚ ਜਾ ਡਿੱਗਦੇ ਹਨ। ਮਨੁੱਖ ਨੂੰ ਗੁਰੂ ਦੀ ਸਿੱਖਿਆ ਨੂੰ ਧਿਆਨ ਵਿੱਚ ਰੱਖ ਕੇ ਸੰਸਾਰ ਵਿੱਚ ਵਿਚਰਨਾ ਚਾਹੀਦਾ ਹੈ। ਉਸ ਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਕਿ ਮੰਦੇ ਆਖੇ ਲੱਗ ਕੇ ਗਲਤ ਪਾਸੇ ਨਾ ਤੁਰ ਪਵੇ। ਗੁਰੂ ਨਾਨਕ ਸਾਹਿਬ ਜੀ ਨੇ ਇਸ ਲਈ ਆਖਿਆ ਸੀ ਕਿ ਮਨ ਤੇ ਕਾਬੂ ਪਾ ਕੇ ਰੱਖਣ ਨਾਲ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ। ਮਨ ਜੀ ਭਾਵ ਦੀ ਸਭ ਵਿਕਾਰਾਂ ਤੇ जीत प्राप्त की जा सकती है। मन जीता जुग जीत। वाहेगुरु जी का खालसा वाहेगुरु जी की फतेह। किन्ने सोहणे ढंग नाल अयान ने दस्सिया कि गुरु दी सिੱਖਿਆ पता होण दा भी ਅਸੀਂ ਕਿਸੇ ਪੁੱਠੀ ਰਾਹ ਤੇ ਚੱਲ ਪੈਂਦੇ ਆ। ਗੁਰਬਾਣੀ ਸਾਨੂੰ ਗੁਰਮਤਿ ਤੇ ਚੱਲਣਾ ਸਿਖਾਉਂਦੀ ਹੈ, ਪਰ ਅੱਜ ਅਸੀਂ ਕਿਸੇ ਹੋਰ ਹੀ ਮਤ ਤੇ ਤੁਰਦੇ ਪਏ ਹਾਂ। ਜਸਪ੍ਰੀਤ ਕੌਰ ਹੁਣ ਤੁਹਾਨੂੰ ਆਪਣੀ ਕਵਿਤਾ ਦੇ ਰਾਹੀਂ ਇਹੀ ਦੱਸੇਗੀ ਕਿ ਅਸੀਂ ਕਿਹੜੀ ਮਤ ਤੇ ਚੱਲ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਕਵਿਤਾ ਦਾ ਨਾਮ ਹੈ ਮਨ ਦੀ ਸਿੱਖੀ। ਸਿੱਖੀ ਦੇ ਨਾ ਨੇੜੇ ਟੁਕਿਆ, ਸਿੱਖੀ ਦੇ ਨਾ ਨੇੜੇ ਟੁਕਿਆ, ਗੱਲੀ ਆਕਾਸ਼ ਗਿਰਾਣਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ। ਕੇਸ ਕਤਲ ਕਰਾ ਕੇ ਟੋਪੀ ਪਾਲੀ, ਕੇਸ ਕਤਲ ਕਰਾ ਕੇ ਟੋਪੀ ਪਾਲੀ, ਲਾ ਕੇ ਪਗਤੂ ਸ਼ਾਨ ਗਵਾਲੀ, ਜੇ ਸਮਝਾਵੇ ਤੈਨੂੰ ਸਿਆਣਾ, ਕਹਿਣਾ ਮਨ ਵਿੱਚ ਸਿੱਖੀ ਕਮਾਲੀ। ਘੜੀ ਕਢਾਈ ਗੱਲ ਤੂੰ ਆਖੇ, ਘੜੀ ਕਢਾਈ ਗੱਲ ਤੂੰ ਆਖੇ, ਬਣ ਕੇ ਆਪੇ ਦਾਨਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ। ਅੰਮ੍ਰਿਤ ਵੇਲੇ ਉੱਠ ਖਲੋਣਾ, ਅੰਮ੍ਰਿਤ ਵੇਲੇ ਉੱਠ ਖਲੋਣਾ, ਉਦਮ ਕਰਕੇ ਨਿੱਥੇ ਨਹਾਉਣਾ, ਰੱਬ ਦੇ ਨਾਮ ਦਾ ਸਾਬਣ ਮਲ ਕੇ, ਰੱਬ ਦੇ ਨਾਮ ਦਾ ਸਾਬਣ ਮਲ ਕੇ, ਹਉਮੈ ਮੈਲ ਨੂੰ ਮਨ ਤੋਂ ਧੋਣਾ, ਖੋਟੀ ਮਤ ਨੂੰ ਦੂਰ ਕਰਨ ਲਈ, ਖੋਟੀ ਮਤ ਨੂੰ ਦੂਰ ਕਰਨ ਲਈ ਸੰਗਤੀ ਨਿੱਥੇ ਜਾਣਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ। ਘੱਟ ਬੋਲਣਾ, ਘੱਟ ਬੋਲਣਾ, ਘੱਟ ਹੀ ਸੋਣਾ, ਨਿਰਾ ਨਾ ਖਾਣ ਵਾਸਤੇ ਜਿਉਣਾ, ਦੇਖ ਪਰਾਈਆਂ ਧੀਆਂ ਭੈਣਾਂ, ਦੇਖ ਪਰਾਈਆਂ ਧੀਆਂ ਭੈਣਾਂ, ਨਜ਼ਰ ਮੇਰੀ ਤਾਂ ਮੂਲ ਨਾ ਪਾਉਣਾ, ਪੰਜ ਵਿਕਾਰਾਂ ਨਾਲ ਜੂਝ ਕੇ, ਪੰਜ ਵਿਕਾਰਾਂ ਨਾਲ ਜੂਝ ਕੇ, ਤਕੜੇ ਹੋ ਹਰਾਣਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ। ਦਇਆਵਾਨ ਤੇ ਧਰਮੀ ਹੋਣਾ, ਦਇਆਵਾਨ ਤੇ ਧਰਮੀ ਹੋਣਾ, ਸੰਤੋਖੀ ਹੋ ਕੇ ਜੀਵਨ ਜਿਉਣਾ, ਖਿਮਾ ਕਰਨਾ ਅਜ਼ਰ ਹੈ ਜਲਨਾ, ਖਿਮਾ ਕਰਨਾ ਅਜ਼ਰ ਹੈ ਜਲਨਾ, ਮਿੱਠਾ ਹੈ ਸੁਭਾਅ ਬਣਾਉਣਾ, ਸੱਚ ਦਾ ਪੱਲਾ ਕਦੇ ਨਾ ਛੱਡਣਾ, ਸੱਚ ਦਾ ਪੱਲਾ ਕਦੇ ਨਾ ਛੱਡਣਾ, ਕੂੜ ਨੂੰ ਦੂਰ ਪਹੁੰਚਾਉਣਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ, ਕੀ ਮਨ ਦੀ ਸਿੱਖੀ ਬਹਿ ਕੇ ਸੁਣ ਜਵਾਨਾ। द्वेष भावना कितना छड़नी, द्वेष भावना कितना छड़नी, मंचो ईर्खा बार है काटनी, निंदा चुगली तो बच के रहना, निंदा चुगली तो बच के रहना, चौकी यारी दी तंद है बढ़नी, चौकी यारी दी तंद है बढ़नी। और गुणा दा त्याग करके, और गुणा दा त्याग करके गुणा नू अपनाना, की मन दी सिੱਖੀ बह के सुन जवाना, की मन दी सिੱਖੀ बह के सुन जवाना। कि ऐसी सिੱਖੀ कमाली तू, कि ऐसी सिੱਖੀ कमाली तू, कि ऐवी गल बना ली तू, तन दी सिੱਖੀ तां निभी ना तेथों, मन दी किवी निभा ली तू, तन दी सिੱਖੀ तां निभी ना तेथों, मन दी किवी निभा ली तू। अंदरों बाहरों निर्मल होना, अंदरों बाहरों निर्मल होना, यह है सिੱਖੀ कमाना, की मन दी सिੱਖੀ बह के सुन जवाना, की मन दी सिੱਖੀ बह के सुन जवाना। जिना मन दी सिੱਖੀ निभाई, जिना मन दी सिੱਖੀ निभाई, खोपड़ी केसा सने लुहाई, चढ़ चढ़ खड़ियां ओना डोले, चढ़ चढ़ खड़ियां ओना डोले, बेनता नाल सी ढल उतराई, बेनता नाल सी ढल उतराई। तू तां केस कतल करा दिते, तू तां केस कतल करा दिते, सिर पीड़ दा ला बहाना, की मन दी सिੱਖੀ बह के सुन जवाना, की मन दी
ਲਿਖੀ ਦਾ ਅੰਦਾਜ਼ ਹੈ, ਜਿੱਥੇ ਸਿਰ ਦਿੱਤੇ ਜਾਂਦੇ ਨੇ ਪਰ ਸਿਧਾਂਤ ਨਹੀਂ। ਅੱਜ ਅਸੀਂ ਸੁਣਨ ਜਾ ਰਹੇ ਹਾਂ ਇੱਕ ਉਹੀ ਜੋਸ਼ ਭਰੀ, ਨਿਰਭਉ ਤੇ ਨਿਰਵੈਰ ਰੂਹ ਤੋਂ ਨਿਕਲੀ ਮਾਰਦੀ ਉਲਾਮੇ ਕਵਿਤਾ, ਜੋ ਸਿੱਖ ਰੂਹ ਦੀ ਅਟਲਤਾ, ਸ਼ਹੀਦ ਇਤਿਹਾਸ ਤੇ ਸੱਚ ਦੀ ਰਾਹ ਤੇ ਕੁਰਬਾਨੀ ਦੀ ਗੂੰਜ ਹੈ। ਆਓ ਬਲਜੀਤ ਸਿੰਘ ਤੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਕਵਿਤਾ ਦਾ ਵਿਸ਼ਾ ਹੈ ਸਿੱਖੀ ਦਸ਼ਮੇਸ਼ ਦੀ। ਸ਼ਮਾਰ ਦੀ ਉਲਾਮੇ ਪਈਏ ਸਿੱਖੀ ਦਸ਼ਮੇਸ਼ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ। ਅੱਜ ਸਿੱਖ ਕੌਮ ਵਿੱਚ ਰੁਕਾਵਟਾਂ ਕਈਆਂ ਨੇ, ਸਿੱਖਾਂ ਦੇ ਮੁੰਡਿਆਂ ਨੇ ਦਾੜੀਆਂ ਕਟਾਈਆਂ ਨੇ, ਸਿੱਖਾਂ ਦੇ ਮੁੰਡਿਆਂ ਨੇ ਦਾੜੀਆਂ ਕਟਾਈਆਂ ਨੇ। ਲੀਡਰਾਂ ਨੇ ਮਾਰੀ ਹੋਣੀ, ਲੀਡਰਾਂ ਨੇ ਮਾਰੀ ਹੋਣੀ ਅਜਿਹੀ ਬੁੱਕਲ ਖੇਸ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ। ਭਾਈ ਤਾਰੂ ਸਿੰਘ ਸਿੱਖੀ ਕਿਸ ਤਰ੍ਹਾਂ ਨਿਭਾਈ ਹੈ, ਕੇਸ ਨੀ ਕਟਾਏ ਸਿਰ ਦੀ ਖੋਪੜੀ ਲੋਹਾਈ ਹੈ, ਕੇਸ ਨੀ ਕਟਾਏ ਸਿਰ ਦੀ ਖੋਪੜੀ ਲੋਹਾਈ ਹੈ। ਖੂਨ ਪਾ ਕੇ ਸ਼ਮਾ ਹੈ ਜਗਾਈ ਰੱਖੀ ਹੈ ਇਸ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ। ਅਜੀਤ ਤੇ ਜੁਝਾਰ ਰੱਤ ਆਪਣੀ ਚੁਹਾਈ ਹੈ, ਸਿੱਖੀ ਦੇ ਫੁੱਲਾਂ ਵਿੱਚ ਮਹਿਕ ਨਵੀਂ ਪਾਈ ਹੈ, ਸਿੱਖੀ ਦੇ ਫੁੱਲਾਂ ਵਿੱਚ ਮਹਿਕ ਨਵੀਂ ਪਾਈ ਹੈ। ਧਰਮ ਵੀ ਬਚਾਇਆ ਨਾਲੇ, ਧਰਮ ਵੀ ਬਚਾਇਆ ਨਾਲੇ, ਸ਼ਾਨ ਰੱਖੀ ਦੇਸ਼ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ। ਬੱਚਿਆਂ ਦੇ ਟੋਟੇ ਮਾਵਾਂ, ਬੱਚਿਆਂ ਦੇ ਟੋਟੇ ਮਾਵਾਂ ਚੋਲੀ ਵਿੱਚ ਪਵਾ ਲਏ, ਸੀਨਾ ਉਚਾਰੀ ਨਾਲ ਕਾਲਜੇ ਦੇ ਲਾ ਲਏ, ਸੀਨਾ ਉਚਾਰੀ ਨਾਲ ਕਾਲਜੇ ਦੇ ਲਾ ਲਏ। ਖੰਡੀ ਖੰਡੀ ਖਾ ਕੇ ਜ਼ਹਿਰ ਕੱਟੀ ਕਲੇਸ਼ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ। ਡੋਲਦੀ ਨਹੀਂ ਉਹ ਕੌਮ, ਡੋਲਦੀ ਨਹੀਂ ਉਹ ਕੌਮ, ਕੁਰਬਾਨੀ ਜੀ ਦੇ ਕੋਲ ਹੈ, ਸ਼੍ਰੀ ਦਸ਼ਮੇਸ਼ ਜੀ ਦੀ ਨਿਸ਼ਾਨੀ ਜੀ ਦੇ ਕੋਲ ਹੈ। ਕੱਚ ਕਿਰਪਾਨ ਤੇ ਕੰਗਾ ਕੜਾ ਕੇਸ ਦੀ, ਕੱਚ ਕਿਰਪਾਨ ਤੇ ਕੰਗਾ ਕੜਾ ਕੇਸ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ, ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਫੇਸ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੋਟੇ ਬਲਜੀਤ ਸਿੰਘ ਨੇ ਵੀ ਕਹਿ ਦਿੱਤਾ, ਸਿੱਖਾਂ ਦੇ ਮੁੰਡਿਆਂ ਨੇ ਦਾੜੀਆਂ ਕਟਵਾਈਆਂ ਨੇ। ਜੇ ਹੁਣ ਸਬਕ ਨਹੀਂ ਸਿੱਖਿਆ ਤਾਂ ਕਦ ਸਿੱਖਿਆ? ਤੇਰੀ ਵੱਖਰੀ ਪਹਿਚਾਨ ਸਭਨਾਂ ਤੋਂ, ਜੇ ਤੂੰ ਰੂਪ ਰੰਗ ਸਿੱਖੀ ਵਾਲਾ ਧਾਰਿਆ, ਸਾਥ ਕਿਸੇ ਨਾਲ ਨਿਭਾਣਾ ਪੈਣਾ ਤੈਨੂੰ ਪਛਤਾਣਾ। ਜੇ ਤੂੰ ਗੁਰੂ ਨੂੰ ਇਸ ਦਿਲ ਵਿੱਚੋਂ ਵਿਸਾਰਿਆ, ਸਿੰਘਾ ਇਸ ਨੂੰ ਨਹੀਂ ਕਹਿੰਦੇ ਸਰਦਾਰੀਆਂ। ਹੁਣ ਕੀਰਤ ਸਿੰਘ ਤੋਂ ਕਵਿਤਾ ਸਰਵਣ ਕਰੋ ਜੀ, ਬਖਸ਼ਿਆ ਗੁਰਾਂ ਤੁਹਾਨੂੰ ਸਰਦਾਰੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਕਵਿਤਾ ਦਾ ਵਿਸ਼ਾ ਹੈ ਬਖਸ਼ਿਆ ਗੁਰੂ ਤੁਹਾਨੂੰ ਸਰਦਾਰਿਆਂ ਨੇ। 71 ਕਿੱਤੇ ਸਿੱਖ ਭੇਜ ਕੇ ਹੁਕਮਨਾਮੇ, ਅਨੰਦਪੁਰ ਵਿੱਚ ਵਿਸ਼ਾਲ ਪੰਡਾਲ ਸਜਿਆ। ਸਿੱਖ ਨਹੀਂ ਮੈਂ ਸਿੱਖੀ ਪਰਖਣੀ ਹੈ, ਕੇਸਗੜ੍ਹ ਵਿੱਚ ਗੁਜਰੀ ਦਾ ਲਾਲ ਗਜਿਆ।
ਸੈਮੀ ਸੰਗਤ ਜੋ ਇਕਨੇ ਜ਼ਰੂਰਤ ਪਿੰਦੀ ਪਤਰੀ ਲੋੜ ਦਾ ਦਹਿਰਾਮ ਜਾ ਉੱਠਿਆ ਹਸਤਨਾਪੁਰ ਦਾ ਤਰਨ ਜਾ ਉੱਠਿਆ ਪਿਛਿਆ ਮੋਕਮ ਚੰਦ ਲੈ ਗੁਰੂ ਦਾ ਨਾਮ ਉੱਠਿਆ ਹਿੰਮਤ ਕੀਤੀ ਹੈ ਹਿੰਮਤ ਚੰਦ ਸਿਵਿਆ ਨਾਈ ਸਾਹਿਬ ਚੰਦ ਪਾ ਕਰ ਪਾਗਾਮ ਉੱਠਿਆ ਜੈਕਾਰੇ ਛੱਡੇ ਪੰਜੇ ਗਲ ਕਕੜੀ ਵਿੱਚ ਗੂੰਜ ਸਾਰਾ ਅਨੰਦਪੁਰ ਪਾਮ ਉੱਠਿਆ ਬਾਟਾ ਲੋਹੇ ਦਾ ਸਤਲੁਜ ਦਾ ਲੈ ਪਾਣੀ ਹੱਥ ਲੈ ਖੱਡਾ ਗੁਰੂ ਬੋਲਦੇ ਨੇ ਬਾਣੀ ਮੋਹਿਆ ਰੂਹਾਂ ਨੂੰ ਅੰਮ੍ਰਿਤ ਦਾ ਦੇ ਛੱਡ ਸਿੱਖ ਨੂੰ ਗੁਰੂ ਬਰਾਬਰ ਤੋਲਦੇ ਨੇ ਗੁਰੂ ਚੱਲਿਆ ਮਿਟਿਆ ਵੇਦ ਅੱਜ ਤੋਂ ਤੇਰੀ ਜਾਤ ਸਿੱਖੀ ਤੇਰੀ ਮਾਨ ਸਿੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਨਸਾਨੀ ਜ਼ਿੰਦਗੀ ਇੱਕ ਵੱਡਾ ਉਪਹਾਰ ਹੈ ਪਰ ਇਹ ਜ਼ਿੰਦਗੀ ਉਸ ਵੇਲੇ ਹੀ ਸਫਲ ਹੋ ਸਕਦੀ ਹੈ ਜਦ ਅਸੀਂ ਆਪਣੇ ਮਨ ਨੂੰ ਸੰਭਾਲੀਏ ਆਪਣੇ ਆਚਰਨ ਨੂੰ ਨਿਖਾਰੀਏ ਅਤੇ ਗੁਰਬਾਣੀ ਦੇ ਰਸਤੇ ਤੇ ਚੱਲੀਏ। ਆਓ ਹੁਣ ਅਮਰਜੀਤ ਸਿੰਘ ਤੋਂ ਸਰਵਣ ਕਰੀਏ ਕਵਿਤਾ ਜੀਵਨ ਸੁਧਾਰ ਲਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀਵਨ ਸੁਧਾਰ ਲਈਏ। ਕਰ ਨੇਤਰ ਬੰਦ ਇੱਕ ਚੇਤ ਹੋ ਕੇ कर नेत्र बंद एक चेत होके आओ वाहिगुरु नाम चितार लिए बाहरों का शरीर बहुत सिंगार ले बाहरों का शरीर बहुत सिंगार ले आओ मन नू जरा सिंगार लईए जैस धर्म में साडा जन्म होया है और धर्म के सिद्धांत विचार लईए। श्री गुरु गोबिंद सिंह जी ने जेड़े ककार दिते हैं उस ककार नू अपने शरीर दे उत्ते सिंगार लईए। जैस धर्म तो गुरु जी ने वश वारिया ਉੱਥੇ ਅਸੀਂ ਵੀ ਆਪਣਾ ਵਰਸ਼ ਵਾਰ ਦਈਏ ਜਿਨ੍ਹਾਂ ਦੀਆਂ ਵੀ ਸਾਹਿਬਜ਼ਾਦੇ ਸ਼ਹੀਦ ਹੋਏ ਉੱਥੇ ਸਿੱਕੀ ਦੇ ਮਹਿਲ ਉਸਾਰ ਦਈਏ। ਕੀਰਤ ਕਰੋ ਵੰਡ ਚੱਕੋ ਦੇ ਸਿਧਾਂਤ ਤੇ ਚੱਲ ਕੇ ਆਪਣੇ ਸਰੀਰ ਨੂੰ ਸਵਾਰ ਲਈਏ। ਨਿਮਾਣਾ ਆਖਦਾ ਹੈ ਕਿ ਉਸ ਸਿੱਖਿਆ ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰ ਲਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਢੰਗ ਨਾਲ ਅਮਰਜੀਤ ਸਿੰਘ ਨੇ ਆਪਣੀ ਕਵਿਤਾ ਨਾਲੋਂ ਸਾਨੂੰ ਦੱਸਿਆ ਜੀਵਨ ਸੁਧਾਰ ਲਈ। ਮੈਂ ਹੋਰ ਕੁਝ ਤਾਂ ਨਹੀਂ ਬੋਲ ਸਕਦੀ ਬਸ ਇਹੀ ਬੋਲਣਾ ਚਾਹੁੰਦੀ ਹਾਂ ਹੁਣ ਤਾਂ ਅਸੀਂ ਜੀਵਨ ਸੁਧਾਰ ਲਈਏ। ਹੁਣ ਚਰਨਜੀਤ ਸਿੰਘ ਕੋਲੋਂ ਛਾੜ ਮਨ ਹਰ ਬੇਮੁਖਨ ਕੋ ਸੰਗ ਸ਼ਬਦ ਦਾ ਵਿਚਾਰਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਸਭ ਦੇ ਨਾਲ ਇੱਕ ਸ਼ਬਦ ਦੀ ਵਿਚਾਰ ਕਰਨ ਜਾ ਰਿਹਾ ਹਾਂ। ਛਾੜ ਮਨ ਹਰ ਬੇਮੁਖਨ ਕੋ ਸੰਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੰਗ ਰਾਗ ਵਿੱਚ ਭਗਤਾਂ ਦੀ ਬਾਣੀ ਵਿੱਚ ਅੰਕ 1253 ਅਤੇ ਭਗਤ ਪਰਮਾਨੰਦ ਜੀ ਦੇ ਸ਼ਬਦਾਂ ਤੋਂ ਬਾਅਦ ਇੱਕ ਤੁਕ ਛਾੜ ਮਨ ਹਰ ਬੇਮੁਖਨ ਕੋ ਸੰਗ ਇਹ ਲਿਖੀ ਗਈ ਹੈ। ਇਸ ਤੁਕ ਤੋਂ ਅੱਗੇ ਸਾਰੰਗ ਮਹਿਲਾ ਪੰਜਵਾ ਸੂਰਦਾਸ ਸੇ ਲੈ ਕੇ 8ਵਾਂ ਸ਼ਬਦ ਆਰੰਭ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਵਿੱਚ ਭਗਤ ਦਾ ਨਾਮ ਸਿਰਲੇਖ ਵਿੱਚ ਦਿੱਤਾ ਮਿਲਦਾ ਹੈ ਪਰ ਇਹ ਇੱਕੋ ਹੀ ਤੁਕ ਹੈ ਜਿਸ ਦੇ ਆਰੰਭ ਵਿੱਚ ਨਾ ਤਾਂ ਕਿਸੇ ਭਗਤ ਦਾ ਨਾਮ ਦਿੱਤਾ ਗਿਆ ਹੈ ਅਤੇ ਨਾ ਹੀ ਇਸ ਤੁਕ ਵਿੱਚ ਕਿਸੇ ਭਗਤ ਦਾ ਨਾਮ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਇਹ ਤੁਕ ਕਿਹੜੇ ਭਗਤ ਜੀ ਤੋਂ ਉਚਾਰਨ ਕੀਤੀ ਗਈ ਹੈ। ਇਸ ਤੁਕ ਦੇ ਅਰਥ ਇਸ ਤਰ੍ਹਾਂ ਹਨ। हे ਮੇਰੇ ਮਨ ਉਹਨਾਂ ਬੰਦਿਆਂ ਦਾ ਸਾਥ ਛੱਡ ਦੇ ਜੋ ਪਰਮਾਤਮਾ ਵੱਲੋਂ ਬੇਮੁਖ ਹਨ। ਇਸ ਤੁਕ ਦੇ ਰਚਨਹਾਰ ਬਾਰੇ ਇਸ ਤੋਂ ਅਗਲੇ ਸ਼ਬਦਾਂ ਸੇ ਲੇਖ ਹੈ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸ਼ਬਦ ਭਗਤ ਸੂਰਦਾਸ ਜੀ ਦੀ ਉਚਾਰਨ ਕੀਤੀ ਗਈ ਹੈ ਕਿਉਂਕਿ ਅਗਲੇ ਸ਼ਬਦਾਂ ਸੇ ਲੇਖ ਹੈ ਸਾਰੰਗ ਮਹਿਲਾ ਪੰਜਵਾ ਸੂਰਦਾਸ। ਇਹ ਸ਼ਬਦ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਭਗਤ ਸੂਰਦਾਸ ਜੀ ਨੂੰ ਸੰਬੋਧਨ ਕਰਦੇ ਹੋਏ ਉਚਾਰਨ ਕੀਤੀ ਜਿਸ ਵਿੱਚ ਗੁਰੂ ਸਾਹਿਬ ਭਗਤ ਸੂਰਦਾਸ ਜੀ ਦੀ ਤੁਕ ਛਾੜ ਮਨ ਆਗੇ ਮੁਖਨ ਕੋ ਸੰਗ ਨੂੰ ਵੇਰਵੇ ਨਾਲ ਸਪਸ਼ਟ ਕਰਦੇ ਹਨ ਕਿ ਜਿਉਂ ਜਿਉਂ ਹਰ ਕੇ ਸੰਗ ਬਸੇ ਹਰ ਲੋਕ त्यों त्यों आन वस्तुओं काज न बिछुए। इस तरह सिद्ध पीर हरि तो बेमुख नालों साथ छुट जाता है किसी तो नफरत करने की लोड़ नहीं पैती। आओ असी भी
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਰਨਜੀਤ ਨੇ ਕਿੰਨੇ ਸੋਹਣੇ ਢੰਗ ਨਾਲ ਸਾਨੂੰ ਦੱਸਿਆ ਕਿ ਸਾਨੂੰ ਉਹਨਾਂ ਦਾ ਸਾਥ ਛੱਡ ਦੇਣਾ ਚਾਹੀਦਾ ਹੈ ਜੋ ਪਰਮਾਤਮਾ ਤੋਂ ਬੇਮੁਖ ਹਨ। ਸਾਨੂੰ ਉਹਨਾਂ ਦਾ ਸਾਥ ਵਿੱਚ ਰਹਿਣਾ ਚਾਹੀਦਾ ਹੈ ਜੋ ਸਾਨੂੰ ਪਰਮਾਤਮਾ ਨਾਲ ਜੋੜਨ। ਕਦੇ ਗੁਰੂ ਨੇ ਪੁਕਾਰ ਲਗਾਈ ਸੀ, ਕੌਣ ਹੈ ਜੋ ਮੇਰੇ ਲਈ ਸੀਸ ਵਾਰ ਸਕਦਾ ਹੈ, ਅਤੇ ਉਸੇ ਦਿਨ ਖਾਲਸੇ ਦਾ ਪ੍ਰਕਾਸ਼ ਹੋਇਆ, ਨਿਆਰੇ ਸਚਿਆਰੇ ਖਾਲਸੇ ਦਾ। ਅੱਜ ਵੀ ਗੂੰਜ ਰਿਹਾ ਹੈ ਉਹੀ ਸੱਦਾ, ਸੱਚੇ ਸਿੱਖ ਬਣੋ, ਅੰਮ੍ਰਿਤ ਛਕੋ, ਸਿੰਘ ਸੱਚੋ, ਨਾ ਸਿਰਫ ਰੂਪ ਵਿੱਚ ਪਰ ਅੰਦਰ ਤੋਂ ਵੀ ਖਾਲਸਾ ਬਣੋ। ਸਿੱਖ ਕੇਵਲ ਇੱਕ ਰੂਪ ਨਹੀਂ ਬਲਕਿ ਉੱਚੇ ਆਚਰਣ ਦਾ ਮਾਲਿਕ ਵੀ ਹੈ। ਜੇ ਆਪ ਜੀ ਪੂਰਨ ਰਹਿਤ ਮਰਿਆਦਾ ਰੱਖਦੇ ਹੋ ਤੇ ਅੰਮ੍ਰਿਤ ਛਕਣ ਤੋਂ ਡਰਨਾ ਕਿਉਂ? ਹੁਣ ਕਿਰਪਾ ਪ੍ਰੀਤ ਕੌਰ ਅੰਮ੍ਰਿਤ ਛਕੋ, ਸਿੰਘ ਸਜੋ ਦੇ ਵਿਚਾਰ ਪੇਸ਼ ਕਰ ਰਹੇ ਨੇ। ਆਓ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਵਿੱਚ ਦਾਖਲ ਹੋਣ ਲਈ ਅੰਮ੍ਰਿਤ ਛਕਣਾ ਅੱਜ ਜ਼ਰੂਰੀ ਹੈ। ਇਹ ਇੱਕ ਪ੍ਰਣ ਹੁੰਦਾ ਹੈ ਜਿਸ ਦਾ ਭਾਵ ਹੈ ਕਿ ਅੰਮ੍ਰਿਤ ਛਕਣ ਵਾਲਾ ਜੀਵਨ ਭਰ ਲਈ ਆਪਣੇ ਗੁਰੂ ਅਤੇ ਪੰਥ ਲਈ ਹਮੇਸ਼ਾ ਵਫਾਦਾਰ ਰਹੇਗਾ। ਅੰਮ੍ਰਿਤ ਛਕਣ ਵਾਲੇ ਦੇ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਹਨ। ਉਸ ਲਈ ਪੰਥ ਦੇ ਹੁਕਮ ਅਨੁਸਾਰ ਚੱਲਣਾ ਜ਼ਰੂਰੀ ਹੁੰਦਾ ਹੈ। ਪਿਆਰ ਪਰ ਪਿਆਰ ਸਿੰਘਾਂ ਸਿੰਘਣੀਆਂ ਦੇ ਸਮੂਹ ਨੂੰ ਪੰਥ ਕਿਹਾ ਜਾਂਦਾ ਹੈ। ਪੰਥ ਦੇ ਪ੍ਰਤੀਨਿਧਤਾ ਸਰਬ ਸਾਂਝੇ ਪੰਜ ਪਿਆਰੇ ਕਰਦੇ ਹਨ। ਇਸੇ ਲਈ ਪੰਜਾਂ ਪਿਆਰਿਆਂ ਨੂੰ ਗੁਰੂ ਦਾ ਸਰੀਰ ਮੰਨਿਆ ਜਾਂਦਾ ਹੈ। ਇਹ ਪੰਜ ਪਿਆਰੇ ਗੁਰਬਾਣੀ ਦੀ ਰੋਸ਼ਨੀ ਵਿੱਚ ਪੰਥ ਦੇ ਭਲੇ ਨੂੰ ਮੁੱਖ ਰੱਖ ਕੇ ਹੀ ਫੈਸਲੇ ਕਰਦੇ ਹਨ। ਕਈ ਲੋਕ ਜਾਣਕਾਰੀ ਦੀ ਘਾਟ ਕਰਕੇ ਅੰਮ੍ਰਿਤ ਨਹੀਂ ਛਕਦੇ। ਉਹ ਡਰਦੇ ਹਨ ਕਿ ਕਿਤੇ ਉਹਨਾਂ ਕੋਲੋਂ ਅੰਮ੍ਰਿਤ ਦੀ ਬੇਦਬੀ ਨਾ ਹੋ ਜਾਵੇ। ਇਹ ਉਹਨਾਂ ਦੀ ਭੁੱਲ ਹੁੰਦੀ ਹੈ। ਦਰਅਸਲ ਅੰਮ੍ਰਿਤ ਵਰਗੀ ਅਨਮੋਲ ਵਸਤੂ ਨੂੰ ਨਾ ਛਕਣਾ ਹੀ ਅੰਮ੍ਰਿਤ ਦੀ ਬੇਦਬੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਤਰੇ ਕੇਸ ਪਾਹੁਲ ਬਿਨਾ ਪੇਖੀ ਮੋੜਾ ਸਿੱਖ, ਮੇਰਾ ਦਰਸ਼ਨ ਨਾਹੀ ਦਿਸ ਪਾਪੀ ਤਿਆਗੇ ਫਿਕ। ਇਸ ਦਾ ਅਰਥ ਹੈ ਕਿ ਜਿਸਨੇ ਕੇਸ ਤਾਂ ਸਾਬਤ ਰੱਖੇ ਹੋਏ ਹਨ ਪਰ ਅੰਮ੍ਰਿਤ ਨਹੀਂ ਛਕਿਆ, ਉਹ ਸੱਚਾ ਸਿੱਖ ਨਹੀਂ। ਉਹ ਕੇਵਲ ਸਿੱਖ ਹੋਣ ਦਾ ਦਿਖਾਵਾ ਕਰਕੇ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ ਹੈ। ਉਹ ਝੂਠ ਬੋਲ ਰਿਹਾ ਹੈ ਕਿ ਮੈਂ ਸਿੱਖ ਹਾਂ। ਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਇਸ ਤਰ੍ਹਾਂ ਦੇ ਝੂਠੇ ਆਦਮੀ ਨੂੰ ਦਰਸ਼ਨ ਨਹੀਂ ਦੇ। ਜਿਸਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਉਸ ਨੂੰ ਚਾਹੀਦਾ ਹੈ ਕਿ ਉਹ ਛੇਤੀ ਤੋਂ ਛੇਤੀ ਅੰਮ੍ਰਿਤ ਛਕ ਕੇ ਸਿੰਘ ਸਜ ਜਾਵੇ। ਅੰਮ੍ਰਿਤ ਛਕ ਕੇ ਹੀ ਉਹ ਪੰਥ ਰੂਪ ਪਰਿਵਾਰ ਦਾ ਮੈਂਬਰ ਬਣ ਕੇ ਗੁਰੂ ਜੀ ਦਾ ਸੱਚਾ ਸਿੱਖ ਬਣ ਸਕਦਾ ਹੈ। ਅੰਮ੍ਰਿਤ ਛਕਣ ਪਿੱਛੋਂ ਹੀ ਉਹ ਕਹਿ ਸਕਦਾ ਹੈ ਕਿ ਮੇਰੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਮੈਂ ਸ਼੍ਰੀ ਅਨੰਦਪੁਰ ਸਾਹਿਬ ਦਾ ਵਾਸੀ ਹਾਂ। ਸਿੱਖ ਦਾ ਮਤਲਬ ਹੈ ਕਿ ਉਹ ਗੁਰੂ ਵਾਲਾ ਹੈ। ਗੁਰੂ ਦੇ ਫੈਸਲੇ ਹੀ ਤੈਅ ਕਰਦੇ ਹਨ ਕਿ ਕੌਣ ਉਸ ਦਾ ਸਿੱਖ ਹੈ ਅਤੇ ਕੌਣ ਨਹੀਂ। ਸੋ ਗੁਰੂ ਜੀ ਦਾ ਹੁਕਮ ਤਾਂ ਇਹ ਹੈ ਕਿ ਜਿਹੜਾ ਅੰਮ੍ਰਿਤ ਛਕੇ ਉਹ ਹੀ ਸੱਚਾ ਸਿੱਖ ਅਖਵਾਉਣ ਦਾ ਹੱਕਦਾਰ ਹੈ। ਸੋ ਆਓ ਅਸੀਂ ਸਾਰੇ ਅੰਮ੍ਰਿਤ ਛਕ ਕੇ ਗੁਰੂ ਜੀ ਦੇ ਸੱਚੇ ਸਿੱਖ ਬਣੀਏ। ਸੁਰਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਜਿਵੇਂ ਕਿਰਪਾ ਪ੍ਰੀਤ ਨੇ ਦੱਸਿਆ, ਅੰਮ੍ਰਿਤ ਛਕੋ, ਸਿੰਘ ਬਣੋ। ਸਿੰਘ ਜਾਂ ਬੋਲ ਲਗਾ ਕੇ ਕੋਈ ਸਿੱਖ ਨਹੀਂ ਬਣ ਜਾਂਦਾ। ਸਾਨੂੰ ਅੰਮ੍ਰਿਤ ਛਕਣਾ ਪਏਗਾ ਤੇ ਨਾਲ ਹੀ ਗੁਰੂ ਦੀ ਸਿੱਖਿਆਵਾਂ ਤੇ ਚੱਲਣਾ ਵੀ ਪਏਗਾ। ਇੱਕ ਪੁੱਤਰ ਜਿਨ੍ਹਾਂ ਨੇ ਛੋਟੀ ਉਮਰੇ ਹੀ ਆਪਣੇ ਪਿਤਾ ਨੂੰ ਦਿੱਲੀ ਸ਼ਹੀਦੀ ਲਈ ਤੋੜ ਦਿੱਤਾ। ਇੱਕ ਪਿਤਾ ਜਿਸਨੇ 4 ਲਾਲ ਕੁਰਬਾਨ ਕਰ ਦਿੱਤੇ ਪਰ ਅੱਖੋਂ ਇੱਕ ਵੀ ਹੰਝੂ ਨਹੀਂ ਵਹਿਣ ਦਿੱਤਾ। ਉਹ ਗੁਰੂ ਸੀ ਜਿਸਨੇ ਦੁਖੀ ਹੋ ਕੇ ਨਹੀਂ ਸਬਰ ਰੱਖ ਕੇ ਇਤਿਹਾਸ ਲਿਖਿਆ। ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਮੁਸਲਮਾਨਾਂ ਦੀ ਰਾਖਿਆ ਲਈ ਕਦੇ ਹਾਰ ਨਹੀਂ ਮੰਨੀ, ਜਿਨ੍ਹਾਂ ਨੇ ਹਰ ਪੜਾਅ ਤੇ ਇਨਸਾਨੀਅਤ